ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭਉ ਜਲ ਪਚੈ ਪਚਾਇ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਜਿਹੜਾ ਭੇਟਿਓ ਸ਼ਬਦ ਹੈ, ਇੱਕ ਸਾਡੇ ਵਿੱਚ ਬੜਾ ਸ਼ਬਦ ਪ੍ਰਚਲਿਤ ਹੈ ਸਾਧ ਸੰਗਤ, ਭੇਟਾ। ਇਹ ਤੁਸੀਂ ਮਹਾਰਾਜ ਦੇ ਚਰਨਾਂ ਵਿੱਚ ਜੋ ਅਰਪਣ ਕੀਤਾ ਹੈ, ਇਹਨੂੰ ਗੁਰਮੁਖੀ ਬੋਲੀ 'ਚ ਅਸੀਂ ਕੀ ਕਹਿੰਦੇ ਆ? ਭੇਟਾ। ਇਹ ਦਾਨ ਨਹੀਂ, ਵਿਦਤ ਰਵੇ। ਦਾਨ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ, ਆਪਣੇ ਤੋਂ ਵੱਡੇ ਨੂੰ ਜੋ ਦਿੱਤਾ ਜਾਂਦਾ ਹੈ ਉਹ ਨਜ਼ਰਾਨਾ ਹੈ, ਉਹ ਗਿਫਟ ਹੈ, ਉਹ ਤੋਹਫਾ ਹੈ। ਗੁਰੂ ਘਰ ਦੇ ਵਿੱਚ ਸ਼ਬਦ ਵਰਤਿਆ ਗਿਆ ਭੇਟਾ, ਇਹ ਕਿੱਥੋਂ ਆਇਆ? ਜਦੋਂ ਇੱਕ ਰਾਜਨੀਤਿਕ ਆਗੂ ਨੂੰ, ਇੱਕ ਸਮਾਜਿਕ ਆਗੂ ਨੂੰ, ਇੱਕ ਰਾਜਨੀਤਿਕ ਆਗੂ ਨੂੰ ਇੱਕ ਆਮ ਵਿਅਕਤੀ ਮਿਲਦਾ ਤੇ ਉਹਨਾਂ ਦੇ ਵਿੱਚ ਆਮ ਵਿਚਾਰ ਆਉਂਦੀ ਵੀ ਕੀ ਲੈ ਕੇ ਮਿਲਣਾ, ਖਾਲੀ ਹੱਥ ਲੈ ਕੇ ਮਿਲਾਂਗੇ? ਤਾਂ ਉਹ ਕੁਝ ਹੱਥ ਵਿੱਚ ਲੈ ਕੇ ਜਾਂਦੇ। ਮਿਲਣ ਨੂੰ ਹਿੰਦੀ ਚੋਂ ਕੀ ਕਹਿੰਦੇ? ਠੇਠ ਹਿੰਦੀ 'ਚ ਕਹਿੰਦੇ ਭੇਂਟ। ਉਹ ਜਿਹੜੀ ਭੇਂਟ ਹੈ ਨਾ, ਉਹਦੀ ਟਿੱਪੀ ਪੂੰਝ ਕੇ ਤੇ ਟੈਂਕੇ ਨੂੰ ਕੰਨਾਂ ਲਾ ਕੇ ਕੀ ਬਣਾ ਦਿੱਤਾ? ਭੇਟਾ, ਮੁਲਾਕਾਤ। ਗੁਰੂ ਨੂੰ ਮਿਲਣ ਜਾਣਾ ਹੈ ਤੇ ਹੁੰਦਿਆਂ ਸੁੰਦਿਆਂ ਖਾਲੀ ਹੱਥ ਜਾਏਗਾ? ਇਸ ਲਈ ਗੁਰੂ ਨੂੰ ਮਿਲਣ ਲੱਗਿਆਂ ਜੋ ਅਰਪਣ ਕੀਤਾ ਜਾ ਰਿਹਾ ਹੈ ਉਹਨੂੰ ਭੇਟਾ ਕਿਹਾ ਜਾ ਰਿਹਾ। ਵੈਸੇ ਭੇਟ ਦੇ ਅੱਖਰੀ ਅਰਥ ਹੁੰਦੇ ਨੇ ਮੁਲਾਕਾਤ। ਜਿਨ੍ਹਾਂ ਦੀ ਗੁਰੂ ਨਾਲ ਮਿਲਾਪ ਹੀ ਨਹੀਂ ਹੋਇਆ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਸ ਸਤਿਗੁਰ ਪੁਰਖ ਨਾ ਭੇਟਿਓ। ਸੈਂਸ ਇੰਨੀ ਹੈ, ਜੇ ਸਿੱਧੇ ਜਿਹੇ ਅਰਥ ਕਰੀਏ ਵੀ ਗੁਰੂ ਨਾਲ ਮਿਲਾਪ ਨਹੀਂ ਕੀਤਾ, ਗੁਰੂ ਨਾਲ ਮਿਲਾਪ ਨਹੀਂ ਹੋਇਆ, ਉਹ ਫਿਰ ਭਵ ਸਾਗਰ ਵਿੱਚ, ਸੰਸਾਰ ਸਮੁੰਦਰ ਵਿੱਚ ਪਚੈ ਪਚਾਏ ਉਹਨਾਂ ਨੂੰ ਖਪਣਾ ਪੈਂਦਾ ਹੈ। ਇਹ ਮਾਨਕ ਜਿਉ ਨਿਰਮੋਲ ਹੈ, ਇਉ ਕੌਡੀ ਬਦਲੈ ਜਾਏ। ਇਹ ਮਾਨਕ ਜੀਓ, ਇਹ ਜਿਹੜਾ ਮਨ ਹੈ ਨਾ, ਇਹ ਜਿਹੜੀ ਆਤਮਾ ਹੈ, ਇਹ ਕਿਉਂਕਿ ਪ੍ਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ। ਕਿਉਂਕਿ ਪ੍ਰਮਾਤਮਾ ਦੀ ਕੋਈ ਕੀਮਤ ਨਹੀਂ, ਫਲ ਸਰੂਪ ਇਹ ਆਤਮਾ, ਇਹ ਮਨ ਵੀ ਬੇਸ਼ਕੀਮਤੀ ਹੈ। ਪਰ ਹੋਇਆ ਕਿ ਇਹਨੂੰ ਪ੍ਰਮਾਤਮਾ ਨਾਲੋਂ ਤੋੜ ਕੇ ਇਹਨੂੰ ਬਿਲਕੁਲ ਹਲਕਾ ਕਰ ਦਿੱਤਾ, ਇਹਨੂੰ ਕੌਡੀਆਂ ਦੇ ਪਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਉਹਦਾ ਕਾਰਨ ਸੀ ਪ੍ਰਮਾਤਮਾ ਨਾਲੋਂ ਟੁੱਟਣਾ। ਵੈਸੇ ਜੇ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਫਿਰ ਤੇ ਇਹਦੀ ਕੋਈ ਕੀਮਤ ਹੀ ਨਹੀਂ ਸੀ। ਪਰ ਹਜ਼ੂਰ ਕਹਿੰਦੇ ਨੇ ਇਹ ਮਾਨਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲੇ ਜਾਏ। ਇਸ ਪ੍ਰਕਾਰ ਜੀਵਨ ਪ੍ਰਯੋਜਨ ਨੂੰ ਭੁੱਲਣ ਕਰਕੇ ਇਹ ਹਲਕਾ ਹੋ ਗਿਆ ਹੈ, ਇਹ ਕੌਡੀਆਂ ਬਦਲੇ ਹੋ ਗਿਆ ਹੈ। ਜਿਨ੍ਹਾਂ ਸਤਿਗੁਰ ਰਸ ਮਿਲੈ, ਸੇ ਪੂਰੇ ਪੁਰਖ ਸੁਜਾਨ। ਇੱਥੇ ਰਸ ਦੇ ਅਰਥ ਨੇ ਪ੍ਰੇਮ। ਫਲਾਣੇ ਦਾ ਫਲਾਣੇ ਨਾਲ ਬੜਾ ਪ੍ਰੇਮ ਹੈ, ਉਹ ਨਹੀਂ, ਫਲਾਣੇ ਦੀ ਤੇ ਫਲਾਣੇ ਨਾਲ ਬੇਰਸੀ ਹੋ ਗਈ ਹੈ। ਰਸ ਤੋਂ ਸੈਂਸ ਕੀ ਲਵਾਂਗੇ? ਪ੍ਰੇਮ। ਜਿਨ੍ਹਾਂ ਨੇ, ਜਿਹੜੇ ਸਤਿਗੁਰੂ ਨੂੰ ਪ੍ਰੇਮ ਨਾਲ ਮਿਲੇ ਨੇ। ਔਰ ਹੁਣ ਮੈਂ ਇੱਕ ਅਰਜ਼ ਕਰਦੇ ਹਾਂ, ਮਨ ਵਿੱਚ ਇਹ ਵਿਚਾਰ ਆਵੇ ਵੀ ਮੇਰੇ ਮਨ 'ਚ ਤੇ ਪ੍ਰੇਮ ਪੈਦਾ ਨਹੀਂ ਹੁੰਦਾ, ਤੇ ਪ੍ਰੇਮ ਤੋਂ ਬਿਨਾਂ ਗੱਲ ਕੋ ਨਹੀਂ। ਰੋਜ਼ ਪੜ੍ਹਨੇ ਆ ਜਿਨ ਪ੍ਰੇਮ ਕੀਓ। ਹੁਣ ਮੈਂ ਪ੍ਰੇਮ ਕਿਹੜੇ ਮਾਹੌਲ 'ਚੋਂ ਲਿਆਵਾਂ, ਕਿਹੜੀ ਹੱਟੀ ਤੋਂ ਲਿਆਵਾਂ, ਕਿਹੜੀ ਦੁਕਾਨ ਤੋਂ ਖਰੀਦਾਂ? ਇਹ ਤੇ ਕਹਿੰਦੇ ਨੇ ਪ੍ਰੇਮ ਤੋਂ ਬਿਨਾਂ ਗੱਲ ਨਹੀਂ ਬਣਦੀ। ਇਹ ਭਾਈ ਤੇ ਰੋਜ਼ ਕਹਿੰਦੇ ਨੇ ਗੁਰਦੁਆਰੇ, ਹੁਣ ਕੀ ਕਰਾਂ? ਤੂੰ ਕਿੱਥੋਂ ਮਿਲੇਗਾ? ਗੁਰਬਾਣੀ ਸਾਨੂੰ ਦੱਸ ਪਾਉਂਦੀ ਹੈ। ਹਜ਼ੂਰ ਕਹਿੰਦੇ ਨੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ। ਇੱਥੇ ਹੀ ਪ੍ਰੇਮ ਪੈਦਾ ਹੋਣਾ। ਜਿਹੜਾ ਨੇਮ ਹੈ ਨਾ, ਨੇਮ ਨਾਲ ਗੁਰਦੁਆਰੇ ਆਉਣਾ। ਔਰ ਜਦੋਂ ਨੇਮ ਨਾਲ ਆਈ ਜਾਵਾਂਗੇ ਤੁਹਾਡਾ ਨੇਮ ਹੀ ਪ੍ਰੇਮ ਵਿੱਚ ਰੂਪਾਂਤਰਿਤ ਹੋ ਜਾਏਗਾ। ਔਰ ਇਹ ਲਾਜ਼ਮੀ ਇਸ ਕਰਕੇ ਕਿ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ। ਜੀ ਭਾਵ ਕਿਉਂ ਉਪਜਾਣਾ ਹੈ? ਕਹਿਣ ਲੱਗੇ ਇਸ ਕਰਕੇ ਕਿ ਭਾਵ ਬਿਨ ਭਗਤ ਨਾ ਹੋਏ ਤੇਰੀ। ਪ੍ਰੇਮ ਤੋਂ ਬਿਨਾ ਭਗਤੀ ਕੋਈ ਨਹੀਂ ਹੁੰਦੀ।
ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਤਾਂ ਉਹ ਸ਼ੁੱਧ ਕਿੱਥੇ ਹੋਣਾ ਹੈ? ਸਾਧ ਸੰਗਤ ਰੂਪੀ ਵਾਸ਼ਿੰਗ ਮਸ਼ੀਨ ਦੇ ਵਿੱਚ, ਸਾਧ ਸੰਗਤ ਰੂਪੀ ਕੁਠਾਲੀ ਦੇ ਵਿੱਚ। ਹਜ਼ੂਰ ਕਹਿੰਦੇ ਜਿਨ ਸਤਿਗੁਰ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ। ਉਹ ਪੁਰਖ ਸਿਆਣੇ ਨੇ, ਉਹ ਚੰਗੇ ਭਾਂਡੇ ਨੇ। ਹੁਣ ਚੰਗੇ ਭਾਂਡੇ ਤੋਂ ਕੀ ਮੁਰਾਦ ਹੈ? ਤੁਸੀਂ ਬਚਨ ਪੜ੍ਹਦੇ ਹੋ ਅੰਮ੍ਰਿਤ ਬਾਣੀ ਵਿੱਚ, ਮਹਾਰਾਜ ਕਹਿੰਦੇ ਨੇ ਵੀ ਭਾਂਡੇ ਸਾਰੇ ਹੀ ਉਹਨੇ ਬਣਾਏ ਨੇ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈਏ। ਹੁਣ ਸਵਾਣੀਆਂ ਭੈਣਾਂ ਮੇਰੀਆਂ ਬੈਠੀਆਂ ਨੇ, ਬੱਚੀਆਂ ਮਾਤਾਵਾਂ, ਬਈ ਜਿਹੜੇ ਭਾਂਡੇ 'ਚ ਦੁੱਧ ਪਾਣਾ ਹੋਵੇ ਨਾ, ਭਾਵੇਂ ਪੈਕਟ ਵਾਲਾ ਲਿਆਉਣਾ ਹੋਵੇ ਭਾਵੇਂ ਉਂਝ ਲਿਆਉਣਾ ਹੋਵੇ ਖੁੱਲਾ, ਉਸ ਭਾਂਡੇ ਨੂੰ ਸਵਾਣੀਆਂ ਬੜੀ ਚੰਗੀ ਤਰ੍ਹਾਂ ਸਾਫ਼ ਕਰਦੀਆਂ ਨੇ। ਕਿਤੇ ਇੱਕ ਦਿਨ ਮਾੜੀ ਜੀ ਕਸਰ ਰਹਿ ਗਈ ਸੀ ਤੇ ਦੁੱਧ ਫਟ ਗਿਆ ਤੇ 8 ਪੈਰ ਮੁਸ਼ਕਲ ਆਈ ਸੀ। ਹੁਣ ਬੜੀ ਅਲਰਟ ਹੋ ਗਈ ਹੈ, ਉਹਨੂੰ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੇਂਦੀ ਹੈ ਵੀ ਕੋਈ ਵਿੱਚ ਸਮੱਸਿਆ ਤਾਂ ਨਹੀਂ, ਦੁੱਧ ਫਟ ਨਾ ਜਾਏ। 8 ਪੈਰ ਸਮੱਸਿਆ ਖੜੀ ਹੋਵੇਗੀ, ਚਾਹ ਬੰਨੀ ਹੈ, ਕਿਸੇ ਕੁਛ ਲੈਣਾ, ਕਿਸੇ ਕੁਛ ਲੈਣਾ। ਜਿਹੜੇ ਭਾਂਡੇ 'ਚ ਦੁੱਧ ਪਾਣਾ ਹੈ ਨਾ, ਉਹਦੀ ਸੰਭਾਲ ਬੜੀ ਹੁੰਦੀ ਹੈ, ਉਹਦੀ ਸਫਾਈ ਬੜੀ ਚੰਗੀ ਤਰ੍ਹਾਂ ਹੁੰਦੀ ਹੈ। ਫਿਰ ਉਹਦੇ 'ਚ ਦੁੱਧ ਪਾ ਕੇ ਉਹਨੂੰ ਉਬਾਲ ਕੇ ਠੰਡਾ ਕਰਕੇ ਫ੍ਰਿਜ ਦੇ ਵਿੱਚ ਵਿਸ਼ੇਸ਼ ਜਗ੍ਹਾ ਬਣੀ, ਉੱਥੇ ਅਸੀਂ ਰੱਖਦੇ ਹਾਂ, ਥੋੜਾ ਥੋੜਾ ਕੱਢ ਕੇ ਵਰਤਨੇ ਆ। ਪਰ ਇੱਕ ਭਾਂਡਾ ਪਤਾ ਕਿਹੜਾ ਹੈ? ਤੜਕਾ ਲਾਣਾ ਤਾਂ ਵਿਚਾਰਾ ਚੁੱਲ੍ਹ ਤੇ, ਚਾਹ ਬਣਾਉਣੀ ਹੈ ਤਾਂ ਚੁੱਲ੍ਹ ਤੇ, ਕੁਝ ਹੋਰ ਬਣਾਉਣਾ ਤਾਂ ਚੁੱਲ੍ਹ, ਉਹ ਸਾਰਾ ਦਿਨ ਵਿਚਾਰਾ ਚੁੱਲ੍ਹ ਤੇ ਚੜਿਆ ਰਹਿੰਦਾ। ਪਰ ਜਿਹਦੇ 'ਚ ਦੁੱਧ ਹੈ ਉਹਦੀ ਇੱਜ਼ਤ ਵੱਧ ਜਾਂਦੀ ਹੈ। ਇੱਕ ਉਹ ਜਿਨ੍ਹਾਂ 'ਚ ਵਾਹਿਗੁਰੂ ਨੇ ਨਾਮ ਰੂਪੀ ਦੁੱਧ ਪਾਇਆ ਹੈ, ਉਹਨਾਂ ਦੀ ਇੱਜ਼ਤ ਵੱਧ ਜਾਂਦੀ ਹੈ। ਇੱਕ ਉਹ ਜਿਨ੍ਹਾਂ 'ਚ ਵਕਾਰ ਨੇ, ਉਹ ਸਾਰਾ ਦਿਨ ਵਕਾਰਾਂ ਦੀ ਚੁੱਲ੍ਹ ਦੇ ਉੱਤੇ ਹੀ ਸੜਦੇ ਰਹਿੰਦੇ ਨੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ। ਕਦੀ ਥੱਲੇ ਕ੍ਰੋਧ ਦੀ ਅੱਗ ਬਲਦੀ ਹੈ ਪਈ, ਕਦੀ ਤ੍ਰਿਸ਼ਨਾ ਦੀ ਅੱਗ ਬਲਦੀ, ਸਾਰਾ ਦਿਨ ਅੱਗ ਬਬੂਲਾ, ਮੱਥੇ ਤੇ ਤਿਉੜੀ, ਸਾਰਾ ਦਿਨ BP ਹਾਈ, ਚੜਿਆ ਚੁੱਲ੍ਹ ਦੇ ਉੱਤੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਮਹਾਰਾਜ ਕਹਿੰਦੇ ਨੇ ਇੱਥੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਸਤਿਗੁਰ ਰਸ ਮਿਲੇ, ਜਿਹੜੇ ਪ੍ਰੇਮ ਨਾਲ ਗੁਰੂ ਨੂੰ ਮਿਲੇ ਨੇ, ਗੁਰੂ ਨੇ ਨਾਮ ਰੂਪੀ ਦੁੱਧ ਦੇ ਦਿੱਤਾ ਹੈ, ਤੇ ਉਹਨਾਂ ਦਾ ਕੀ ਹੋਇਆ? ਪੂਰੇ ਪੁਰਖ ਸੁਜਾਨ। ਉਹਨਾਂ ਨੂੰ ਸਤਿਗੁਰੂ ਸਿਆਣਿਆਂ ਵਿੱਚ ਗਿਣਦੇ ਹਨ। ਗੁਰ ਮਿਲ ਭਉ ਜਲ ਲੰਘੀਐ ਦਰਗਹ ਪਤ ਪਰਵਾਨ। ਗੁਰੂ ਨੂੰ ਮਿਲ ਕੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਜਿਹੜਾ ਸਾਡੇ ਸਾਹਮਣੇ ਵਿਸ਼ੇ ਵਕਾਰਾਂ ਦੀ ਫੌਜ ਹੈ, ਉਹਨਾਂ ਨੂੰ ਸੁਤੇ ਸਿੱਧੀ ਮਨੁੱਖ ਪਾਰ ਕਰ ਜਾਂਦਾ ਹੈ। ਇਹ ਜਿਹੜੀਆਂ ਸਮੱਸਿਆਵਾਂ ਨੇ, ਮਨ ਦੇ ਫੁਰਨੇ ਨੇ, ਹੋਰ ਖਲਜ਼ਗਨ ਨੇ, ਚਿੰਤਾਵਾਂ ਨੇ, ਝੋਰੇ ਨੇ, ਗੁਰੂ ਨੂੰ ਮਿਲ ਕੇ ਇਹਨਾਂ ਦੇ ਉੱਤੇ ਸਹਿਜੇ ਹੀ ਉਹ ਦਿਗਵਿਜੇ ਹਾਸਲ ਕਰ ਲੈਂਦਾ, ਲੰਘ ਜਾਂਦਾ ਹੈ। ਔਰ ਸਿਰਫ ਇੱਥੇ ਨਹੀਂ, ਨਾਲ ਨਾਲ ਦਰਗਾਹ ਪਾਵੇਂ ਮਾਨ। ਉਹਨਾਂ ਨੂੰ ਸੇਵਾ ਸਿਮਰਨ ਵਾਲਿਆਂ ਦਾ ਦਰਗਾਹ ਵਿੱਚ ਵੀ ਮਾਣ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਕਹੋ ਨਾਨਕ ਬਾਂਹ ਲੁਡਾਈਏ। ਬਾਂਹ ਲੁਡਾਈਏ ਦੇ ਅਰਥ ਨੇ ਬਾਂਹ ਨੂੰ ਐ ਉੱਚਾ ਕਰਕੇ ਭੰਗੜਾ ਪਾਉਣ ਵਾਲੇ ਫਿਰ ਇਉਂ ਇੱਕ ਐਕਸ਼ਨ ਜਿਹਾ ਕਰਦੇ ਨੂੰ ਲੁੱਡੀ ਪਾਣਾ ਕਹਿੰਦੇ। ਉਹ ਕਹਿੰਦੇ ਦਰਗਾਹ 'ਚ ਲੁੱਡੀਆਂ ਪਾਉਂਦੇ ਜਾਂਦੇ। ਸੈਂਸ ਕੀ ਹੈ? ਬਾਂਹ ਤੇ ਉੱਥੇ ਜਾਂਦੀ ਕੋਈ ਨਹੀਂ, ਸਰੀਰ ਤੇ ਸਾਰਾ ਰਹਿ ਗਿਆ, ਅਸੀਂ ਫੂਕ ਦਿੱਤਾ, ਫੁੱਲ ਵੀ ਅਸੀਂ ਕੀਰਤਪੁਰ ਸਾਹਿਬ ਪਾਏ, ਫਿਰ ਲੁੱਡੀਆਂ ਕੀ ਪਾਉਣ ਤੋਂ ਸੈਂਸ ਹੈ? ਭਾਵ ਖੁਸ਼ੀ ਖੁਸ਼ੀ ਉਹ ਦਰਬਾਰ ਵਿੱਚ ਜਾਂਦੇ ਨੇ, ਤੇ ਜਿਹੜੇ ਨਹੀਂ ਜਪਦੇ ਉਹ ਨਿੰਮੋ ਝੂਣੇ ਹੁੰਦੇ ਨੇ, ਉਹਨਾਂ ਨੂੰ ਅਫਸੋਸ ਹੁੰਦਾ ਹੈ, ਉਦਾਸੀ ਦਾ ਆਲਮ ਸਹਿਣਾ ਪੈਂਦਾ ਹੈ। ਇੱਥੇ ਹਜ਼ੂਰ ਬਖਸ਼ਿਸ਼ ਕਰਦੇ ਨੇ, ਇਸ ਪ੍ਰਕਾਰ ਗੁਰ ਮਿਲ ਭਉਜਲ ਲੰਘੀਐ ਦਰਗਹਿ ਪਤ ਪ੍ਰਵਾਨ। ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨੀਸਾਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਇਉਂ ਕਹੋ ਹੇ ਭਾਈ, ਉਹਨਾਂ ਦੇ ਮੁਖ ਉਜਲੇ। ਮੁਖ ਉਜਲੇ ਤੋਂ ਸੈਂਸ ਕੀ ਹੈ? ਬੰਦਾ ਖੁਸ਼ ਹੋਵੇ ਨਾ, ਉਹਦਾ ਚਿਹਰਾ ਹੀ ਦੱਸ ਦਿੰਦਾ। ਬੰਦਾ ਉਦਾਸ ਹੋਵੇ, ਹਿਰਦੇ ਦਾ ਆਇਨਾ ਕੀ ਹੈ? ਚਿਹਰਾ। ਮੁਖ ਉਜਲੇ ਤੋਂ ਮੁਰਾਦ ਸੈਂਸ ਲੈਣੀ ਹੈ ਖੁਸ਼ੀ, ਤੇ ਖੁਸ਼ੀ ਤੋਂ ਸੈਂਸ ਕੀ ਲੈਣੀ ਹੈ? ਜਿਨ੍ਹਾਂ ਨੇ ਜਪਿਆ ਹੈ ਉਹ ਨਿਰੰਕਾਰ ਦੇ ਦਰਬਾਰ ਵਿੱਚ ਖੁਸ਼ੀ ਖੁਸ਼ੀ ਜਾਂ ਇੱਜ਼ਤ ਮਿਲੇਗੀ, ਜੀਵਨ ਸਫਲ ਕਰਕੇ ਗਏ ਨੇ, ਇਉਂ ਕਹਿ ਲਓ। ਤੇ ਦੂਜੇ ਪਾਸੇ ਕੀ ਹੈ? ਧੁਨ ਉਪਜੈ ਸ਼ਬਦ ਨਿਸ਼ਾਨ। ਉਹਨਾਂ ਦੇ ਅੰਦਰ ਸ਼ਬਦ ਦੀ ਧੁਨ ਵੱਜਦੀ ਹੈ, ਧੌਂਸਾ ਵੱਜਦਾ, ਨਗਾਰਾ ਵੱਜਦਾ, ਅਨਹਦ ਨਾਦ ਵੱਜਣ ਲੱਗ ਪੈਂਦਾ, ਜਿਹਦੀ ਬਰਕਤ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਜੀਵਨ ਸਫਲ ਹੋ ਜਾਂਦਾ ਹੈ। ਸਾਧ ਸੰਗਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ। ਤੋਂ ਅੰਤ ਵਿੱਚ ਇਹ ਬੇਨਤੀ ਹੈ ਸਾਧ ਸੰਗਤ ਵੀ ਆਪ ਸਾਰਿਆਂ ਦਾ, ਇੱਕ ਤੇ ਮੈਂ ਧੰਨਵਾਦੀ ਵੀ ਹਾਂ ਕਿਉਂਕਿ ਆਪ ਸਾਰੇ ਬੜੀ ਬਖਸ਼ਿਸ਼ ਕਰ ਰਹੇ ਹੋ, ਬੜਾ ਸਹਿਯੋਗ ਦੇ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਸੀਸ ਦੇ ਰਹੇ ਹੋ।
तो ये बेनती करांगा भी लगातार आप जी ने इस तरह आसीस देंदे रहना। तो इस प्रोग्राम विच तरीया गुर विचार विच इत्थे दास दी जो ये वीर सारे प्रोग्राम नूं हैंडल कर रहे ने, इन्हां वल्लों ये 3 रोज़ा सेवा जिहड़ी सी वो लगी सी। हुण कल तो अगला प्रोग्राम जिहड़ा वीर जी निकट भविख दा तुहाडे सामने लैके आए ने, मैनूं फिर जदों आवाज़ मारनगे मैं तुहाडे चरनां विच हाज़र हो जांगा। सन्मानयोग वीर जी हुणां कोलों अगला प्रोग्राम सरवण करके खुशियां प्राप्त करो जी। वाहिगुरू जी का खालसा, वाहिगुरू जी की फतेह। खबर तक नहीं भी साडे अंदर बड़ा वड्डा तृष्णा दा, क्रोध दा, विषयां दा भांबड़ बलदा है। हजूर मुखातब ते अपने मन नूं हो रहे ने, मन रे हे मेरे मन, पर समझा सानू रहे ने। पता क्यों? गुरमुखो उन्हां नूं पता है भी बिरती एडी हंकारी है भी जे इन्हां नूं आख्या ना भी तुसी कामी हो, तुसी क्रोधी हो, तुसी लोभी ते हंकारी हो, इन्हां आखना बड़े गुरु ने, असीं होर किसे नूं मान लैने, तू तो डिग्रेड करना है सानू। ਉਹ ਸਾਨੂੰ ਸਮਝਾਉਣ ਲਈ ਨਾ ਇਹ ਰੁੱਸ ਨਾ ਜਾਣ, 5-6 ਪੌੜੀਆਂ ਥੱਲੇ ਉਤਰ ਕੇ ਆਪਣੇ ਆਪ ਨੂੰ ਮੁਖਾਤਬ ਹੋ ਕੇ ਕਹਿੰਦੇ ਉਹ ਜਾਣੇ ਮੇਰੇ ਕੰਨ ਨਹੀਂ ਕਾਲੇ ਹੋਣ ਲੱਗੇ, ਜੇ ਤੁਸੀਂ ਇਸ ਤਰ੍ਹਾਂ ਵੀ ਸਮਝ ਲਓ ਤੇ ਮੈਂ ਸਮਝਾਉਣ ਲਈ ਤਿਆਰ ਹਾਂ। ਮਨ ਰੇ ਹੇ ਮੇਰੇ ਮਨ, ਗੁਰਮੁਖ ਅਗਨ ਨਿਵਾਰ, ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈ। ਇਹ ਪੰਕਤੀ ਅਸਾਂ ਪ੍ਰਚੰਡ ਕਰਨੀ ਹੈ, ਇਸ ਲਈ ਮੈਂ ਖੇਚਲ ਦਿਆਂਗਾ ਵੀ ਇੱਕ ਵਾਰੀ ਤੁਸੀਂ ਵੀ आखो मन रे गुरमुख अगन निवार, मन रे गुरमुख अगन निवार, मन रे गुरमुख अगन निवार, मन रे मुख अगन निवार, मन रे गुरमुख अगन निवार, मन रे गुरमुख अगन निवार, मन रे गुरमुख अगन निवार, रे गुरमुख अगन निवार। गुर का कहया मान वसै, गुर का कहया मान वसै, गुर का कहया मन वसै, गुर का कहया मन वसै। जपो गुर का कहया मान वसै, गुर का कहया मान वसै, गुर का कहया मन वसै, गुर का कहया मन वसै। हऊँ मैं तृष्णा मार, हऊँ मैं तृष्णा मार, हऊँ मैं तृष्णा मार, हऊँ मैं तृष्णा मार। जी हूँ मैं तृष्णा मार, हूँ मैं तृष्णा मार, हऊँ मैं तृष्णा मार, हऊँ मैं तृष्णा मार। मन रे गुरमुख अगन निवार, मन रे गुरमुख अगन निवार, मन रे गुरमुख अगन निवार, मन रे गुरमुख अगन निवार। आओ गुरमुखो इन्हू थोड़ा जिहा समझिए। हे मेरे मन, गुरु दे सन्मुख हो के अंदरली तृष्णा नू बुझा लै। किवें? हजूर फिर नाल सलूशन दसदे ने, गुर का कहया मन वसै। गुरु दे आख्या होया उपदेश जिहड़ा है ਉਹ ਵਿੱਚ ਵਸ ਜਾਏ ਤੇ ਉਹਦੇ ਨਾਲ ਕੀ ਹੋਵੇਗਾ? ਹਉਮੈ ਤੇ ਤ੍ਰਿਸ਼ਨਾ ਮਾਰ, ਤੇਰਾ ਅਹੰਕਾਰ ਔਰ ਤੇਰੀ ਤ੍ਰਿਸ਼ਨਾ ਇਹ ਖਤਮ ਹੋਵੇਗੀ ਜੇ ਤੂੰ ਆਪਣੇ ਅੰਦਰ ਗੁਰੂ ਦੇ ਉਪਦੇਸ਼ ਨੂੰ ਵਸਾਏਗਾ। ਹੁਣ ਹੁੰਦਾ ਕੀ ਹੈ? ਇੱਕ ਕੈਟਾਗਰੀ ਤੇ ਉਹ ਹੈ ਜਿਨੇ ਗੁਰੂ ਦਾ ਉਪਦੇਸ਼ ਸੁਣਨਾ ਹੀ ਕੋਈ ਨਹੀਂ। ਤੁਸੀਂ ਤੇ ਭਾਗਾਂ ਵਾਲੇ ਹੋ, ਬੇਨਤੀ ਮੰਨ ਲੈਂਦੇ ਹੋ। ਇੱਕ ਕੈਟਾਗਰੀ ਸਾਡੇ 'ਚ ਉਹ ਵੀ ਹੈ ਜਿਹਨੇ ਗੁਰੂ ਦਾ ਉਪਦੇਸ਼ ਸੁਣਨਾ ਹੀ ਨਹੀਂ। ਨਾ ਗੁਰਦੁਆਰੇ ਜਾਣਾ, ਕਿਸੇ ਹੋਰ ਕਮਿਊਨਿਟੀ ਨਾਲ ਜੁੜਿਆ, ਮੰਦਰ ਕੋਈ ਨਹੀਂ ਜਾਣਾ, ਮਸੀਤ ਕੋਈ ਨਹੀਂ ਜਾਣਾ, ਗਿਰਜੇ ਵਿੱਚ ਕੋਈ ਨਹੀਂ ਜਾਣਾ। ਸਾਰੇ ਲੋਕ ਗੁਰਦੁਆਰਿਆਂ 'ਚ, ਮੰਦਰਾਂ, ਮਸੀਤਾਂ 'ਚ ਥੋੜ੍ਹਾ ਜਾਂਦੇ ਨੇ।
ਉਹ ਤੇ ਜਿਹੜੇ ਅਸੀਂ ਤੁਸੀਂ ਆਉਨੇ ਆ ਨਾ, ਕਿਤੇ ਮਾਈਂਡ ਨਾ ਕਰ ਜਾਇਓ, ਇਸ ਤਰ੍ਹਾਂ ਦੇ ਲੋਕ ਕਈ ਵਾਰ ਬੰਦੇ ਨੂੰ ਥੜਕਾਉਣ ਵਾਸਤੇ ਵੀ ਕਰਦੇ। ਉਹ ਕਹਿੰਦੇ ਵੀ ਸਾਨੂੰ ਪਤਾ ਹੈ ਇਹਨਾਂ ਨੂੰ ਜਿੰਨਾ ਕੋ ਗੁਰਬਾਣੀ ਦਾ ਇਸ਼ਕ ਹੈ, ਲੰਗਰ ਛਕਣ ਵਾਲੇ ਹੀ ਨੇ। ਆਖੋ ਸਤਨਾਮ ਸ੍ਰੀ। ਆਪ ਗਏ ਔਰਨ ਹੂੰ ਖੋਵੇਂ, ਆਗ ਲਗਾਏ ਮੰਦਰ ਮੈਂ ਸੋਵੇਂ। ਆਪ ਤੇ ਗਏ, ਕੋਈ ਨਾ ਕੋਈ ਇਸ ਤਰ੍ਹਾਂ ਦਾ ਕੌੜਾ ਬਚਨ ਕਹਿਣਾ ਵੀ ਅਗਲਾ ਤੈਸ਼ ਮੰਨ ਕੇ ਉਹ ਵੀ ਆਉਣੋਂ ਹਟ ਜਾਏ ਵੀ ਲਓ ਜੀ ਅਸੀਂ ਏਡੇ ਹੀ ਗਏ ਗੁਜਰੇ ਆ, ਅਸੀਂ ਲੰਗਰ ਛਕਣ ਹੀ ਆਉਂਦੇ ਆ। ਇਸ ਤਰ੍ਹਾਂ ਦੀ ਵੀ ਇੱਕ ਕੈਟਾਗਰੀ ਸਾਡੇ ਵਿੱਚ ਹੈ। ਜਦੋਂ ਸਤਿਗੁਰੂ ਸਿਰ ਤੋਂ ਹੱਥ ਚੁੱਕ ਲੈਣ ਨਾ, ਫਿਰ ਇਸ ਤਰ੍ਹਾਂ ਦੇ ਲੋਕਾਂ ਦਾ ਕੁਝ ਇਸੇ ਤਰ੍ਹਾਂ ਦੇ ਵਿਚਾਰ ਗੁਰੂ ਪਿਆਰਿਓ ਬਣ ਜਾਂਦੇ ਨੇ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਦਾ ਆਖਿਆ ਹੋਇਆ ਮਨ ਵਿੱਚ ਵਸ ਜਾਏ, ਇਹ ਤੇ ਗਾਂ ਦੀ ਗੱਲ ਏ। ਇੱਕ ਕੈਟਾਗਰੀ ਉਹ ਹੈ ਜਿਹੜੀ ਗੁਰੂ ਦੇ ਬਚਨ ਸੁਣਨ ਵਾਸਤੇ ਹੀ ਕੋਈ ਨਹੀਂ ਆਉਂਦੀ। ਜਾਂ ਤੇ ਈਗੋ ਆ ਜਾਂਦੀ ਵੀ ਮੈਨੂੰ ਤੇ ਆਲਰੇਡੀ ਸਭ ਕੁਝ ਪਤਾ ਹੈ, ਤੇ ਜਾਂ ਮਾੜੇ ਕਰਮ ਬਹਿਣ ਨਹੀਂ ਦਿੰਦੇ। ਮੈਂ ਦੇਖਿਆ ਗੁਰਦੁਆਰੇ ਤੇ ਅਸੀਂ ਕੋਈ ਨਹੀਂ ਆਉਂਦੇ। ਅਸੀਂ ਮੀਨਜ਼ ਜਿਹੜੇ ਤੁਸੀਂ ਸਨਮੁਖ ਬੈਠੇ ਹੋ ਗੁਰਮੁਖੋ ਨਹੀਂ, ਅਸੀਂ ਮੀਨਜ਼ ਸਾਡੀ ਆਮੂਮਨ ਕਮਿਊਨਿਟੀ। ਘਰਾਂ ਵਿੱਚ ਸਮਾਗਮ ਹੋਵੇ ਨਾ ਤੇ ਨੱਕੋਂ ਕਲਜੋਂ ਸਾਨੂੰ ਜਾਣਾ ਪੈਂਦਾ ਬਈ ਜੇ ਮੈਂ ਇਹਦੇ ਘਰ ਨਾ ਗਿਆ ਤੇ ਭਲਕੇ ਇਹਨੇ ਮੇਰੇ ਘਰ ਨਹੀਂ ਆਉਣਾ। ਫਿਰ ਸਵਾਣੀ ਕਹਿੰਦੀ ਹੈ ਜੀ ਛੇਤੀ ਤਿਆਰ ਹੋਵੋ, ਲੇਟ ਹੋ ਰਹੇ ਹੋ, ਚੱਲਨੇ ਆ, ਅਜੇ ਬੜਾ ਟਾਈਮ ਹੈ। ਪਹਿਲਾਂ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੈ, ਫਿਰ ਕੀਰਤਨ ਵੀ ਹੋਣਾ ਹੈ, ਫਿਰ ਇੱਕ ਭਾਈ ਮੈਲਾ ਜਿਹਾ ਪਰਨਾ ਗਲ ਚ ਪਾ ਕੇ ਆ ਜਾਂਦਾ, ਘੰਟਾ ਉਹ ਨਹੀਂ ਖਹਿੜਾ ਛੱਡਦਾ, ਅਜੇ ਬੜਾ ਟਾਈਮ ਲੱਗਣਾ, ਤੂੰ ਕਾਹਲੀ ਨਾ ਪਾਓ। ਉਹ ਫਿਰ ਕੋਸ਼ਿਸ਼ ਕਰਦਾ ਵੀ ਭੋਗ ਪੈ ਜਾਏ, ਕੀਰਤਨ ਹੋ ਰਿਹਾ ਹੋਵੇ, ਥੋੜਾ ਬਹੁਤਾ ਪ੍ਰੋਗਰਾਮ 5-10 ਮਿੰਟ ਦਾ ਰਹਿ ਜਾਏ ਤੇ ਮੈਂ ਵੀ ਮੱਥਾ ਟੇਕ ਕੇ ਉਦੋਂ ਮਗਰੋਂ ਫਿਰ ਖਹਿੜਾ ਛਡਾਈਏ ਤੇ ਨਿਕਲਦੀ ਕਰੀਏ। ਪਰ ਆਮੂਮਨ ਪ੍ਰੋਗਰਾਮ ਜਿਹੜੇ ਨੇ ਉਹ ਡਿਲੇ ਹੋ ਜਾਂਦੇ। ਫਿਰ ਆਉਂਦਿਆਂ ਨੂੰ ਕੀਰਤਨ ਹੋ ਰਿਹਾ ਹੁੰਦਾ, ਕਥਾ ਹੋ ਰਹੀ ਹੁੰਦੀ, ਫਿਰ ਕੀ ਕਰਦਾ, ਮੱਥਾ ਟੇਕਿਆ, ਬੈਠ ਗਿਆ। ਫਿਰ ਜਿਵੇਂ ਹੇਠਾਂ ਸੂਲਾਂ ਲੱਗੀਆਂ ਹੁਣ, ਉੱਚੜ ਪੇੜੇ ਲੱਗੇ ਹੋਣ, ਹੋਰ ਕੁਝ ਨਾ ਹੋਵੇ ਤੇ ਫੋਨ ਨੂੰ ਹੱਥ ਮਾਰ ਕੇ ਪੱਜ ਬਣਾ ਲੇਗਾ ਵੀ ਆਲੇ ਦੁਆਲੇ ਵਾਲੇ ਆਖਣ ਵੀ ਇਹਨੂੰ ਕੋਈ ਜ਼ਰੂਰੀ ਫੋਨ ਆ ਗਿਆ ਤੇ ਵਿਚਾਰਾ ਤਾਂ ਬਾਹਰ ਸੁਣਨ ਗਿਆ। ਫਿਰ ਉੱਥੇ ਜਾ ਕੇ ਖਲੋ ਜਾਣਾ ਜਿੱਥੇ 2-4 ਜਣੇ ਗੱਪਾਂ ਮਾਰ ਰਹੇ ਹੁੰਦੇ ਨੇ। ਪਦਾਰਥਾਂ ਦੀ ਬੜੀ ਟੈਨਸ਼ਨ ਹੈ ਸਾਨੂੰ। ਅੱਬਲ ਤੇ ਕੋਈ ਬਾਣੀ ਸੁਣਦਾ ਨਹੀਂ। ਘਰਾਂ 'ਚ ਅਖੰਡ ਪਾਠ ਪਿੰਡਾਂ 'ਚ ਵੀ ਲੋਕ ਰਖਾਉਂਦੇ ਤੇ ਮੈਂ ਵੇਖਿਆ ਅਗਲਾ ਮੱਥਾ ਟੇਕ ਕੇ ਬਹਿੰਦਾ ਹੈ ਵੀ 2 ਪੰਕਤੀਆਂ ਸੁਣੀਏ ਤੇ ਪਿੱਛੋਂ ਚਾਹ ਦਾ ਗਲਾਸ ਅਰਕ ਜਿੱਡਾ ਲੈ ਕੇ ਆਇਆ, ਚਾਹ ਪੀਓ ਜੀ। ਇਹ ਨਹੀਂ, ਇਹਨੇ ਵਿਚਾਰੇ ਨੇ ਕਦੀ ਪੀਤੀ, ਇਹ ਪਿਆਓ ਇਹਨੂੰ ਜ਼ਰੂਰ। ਇਹ ਭਾਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ ਵੀ ਜਿਹੜਾ ਆਇਆ ਹੈ ਨਾ ਉਹਨੂੰ ਬੈਠਾ ਰਹਿਣ ਦਿਓ। ਜਦੋਂ ਉੱਠ ਕੇ ਜਾਣ ਲੱਗੇਗਾ ਨਾ ਉਦੋਂ ਬਾਂਹ ਫੜ ਲਿਆ ਜੇ ਵੀ ਵੀਰ ਜੀ ਚਾਹ ਦਾ ਕੱਪ ਜ਼ਰੂਰ ਪੀ ਕੇ ਜਾਓ, ਤੁਸੀਂ ਕਿਹੜਾ ਰੋਜ਼-ਰੋਜ਼ ਆਉਣਾ। ਹੁਣ ਉਹ ਬੈਠਾ ਹੈ ਤੇ ਉਹਨੂੰ ਕੋਈ 2 ਪੰਕਤੀਆਂ ਬਾਣੀ ਦੀਆਂ ਵੀ ਸੁਣ ਲੈ। ਸਾਨੂੰ ਚਿੰਤਾ ਲੱਗ ਜਾਂਦੀ ਹੈ, ਉੱਥੇ ਹੀ ਕਮਰੇ ਦੇ ਵਿੱਚ ਹੀ ਬਿਸਕੁਟ, ਉੱਥੇ ਹੀ ਨਮਕੀਨ, ਉੱਥੇ ਹੀ ਚਾਹ। ਕਈ ਮੇਰੇ ਵਰਗੇ ਕਮਲੇ ਉੱਥੇ ਡੋਲ ਕੇ ਬੈਠੇ ਹੁੰਦੇ ਨੇ, ਆਖੋ ਸਤਨਾਮ ਸ੍ਰੀ, ਹੋਰ ਖਲਾਰਾ ਪਾ ਕੇ ਬੈਠੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਓਏ ਵਾਲ ਛਾਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹਨਾਂ ਦਾ ਦਿਲ ਨਹੀਂ ਲੱਗਦਾ ਸੰਗਤ ਵਿੱਚ, ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਦੂਜੀ ਕੈਟਾਗਰੀ ਉਹ ਹੈ ਜਿਹੜੀ ਆਉਂਦੀ ਏ ਸਮੱਗਰ ਇਕਾਗਰਤਾ ਨਾਲ ਸੁਣਦੀ ਕੋਈ ਨਹੀਂ ਗੀ। ਕੋਈ ਗੱਲ ਸੁਣੀ, ਕੋਈ ਨਾ ਸੁਣੀ, ਬੈਠਿਆਂ ਬੈਠਿਆਂ ਸੁਰਤ ਕਿਤੇ ਹੋਰ ਚਲੀ ਗਈ, ਅਡਾਰੀਆਂ ਮਾਰਦੀ ਫਿਰਦੀ। ਔਰ ਤੀਜੀ ਉਹ ਹੈ ਜਿਹੜੀ ਸੁਣਦੀ ਏ ਤੇ ਮਨ ਵਿੱਚ ਵਸਾਂਦੀ ਕੋਈ ਨਹੀਂ। ਬਾਣੀ ਵਿੱਚੋਂ ਮੈਂ ਬੇਨਤੀ ਕਰਾਂਗਾ ਤਾਂ ਕਿ ਤਸੱਲੀ ਹੋਵੇ। ਮਹਾਰਾਜ ਕਹਿੰਦੇ ਨੇ ਐਬ ਤਨ ਚਿਕੜੋ। ਮੈਂ ਜਿਸ ਪੰਕਤੀ ਨੂੰ ਐਕਸਪਲੇਨ ਕਰ ਰਿਹਾ ਹਾਂ ਧਿਆਨ 'ਚ ਰੱਖ ਲਓ ਵੀ ਮਨ ਰੇ, ਹੇ ਮੇਰੇ ਮਨ, ਗੁਰਮੁਖ ਅਗਨ ਨਿਵਾਰ, ਗੁਰੂ ਦੇ ਸਨਮੁਖ ਹੋ ਕੇ ਅੰਦਰਲੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈ। ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਜੇ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਏ ਤੇ ਤੇਰੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਮੁੱਕ ਜਾਏ। ਪਰ ਤੂੰ ਅਬਲ ਤੇ ਸੁਣਦਾ ਹੀ ਨਹੀਂ, ਤੇ ਜੇ ਸੁਣਨਾ ਤੇ ਵਸਾਂਦਾ ਨਹੀਂ। ਕੰਨ ਨਹੀਂ ਦਿੰਦਾ, ਤੇ ਜੇ ਕੰਨ ਦੇਣਾ ਤੇ ਮਨ ਕੋਈ ਨਹੀਂ ਦਿੰਦਾ। ਹੁਣ ਕੰਨ ਤੇ ਮਨ ਦੋਵੇਂ ਜ਼ਰੂਰੀ ਨੇ। ਬਹੁਤਿਆਂ ਘਰਾਂ 'ਚ ਕੇਬਲ ਹੈ, ਕਿਸੇ ਟਾਵੇਂ ਘਰਾਂ 'ਚ ਡਿਸ਼ ਵੀ ਹੈਗੀ ਹੈ। ਹੁਣ ਡਿਸ਼ ਜਿਹੜੀ ਉਹਨੂੰ ਧਿਆਨ ਨਾਲ ਵੇਖੋ, ਉਹਦੀ ਸ਼ੇਪ ਬਿਲਕੁਲ ਸਾਡੇ ਕੰਨ ਵਰਗੀ। ਤੇ ਫਰਕ ਵੀ ਇਸ ਤਰ੍ਹਾਂ, ਜਿਸ ਤਰ੍ਹਾਂ ਇੱਕ ਸਰੀਰ ਦੇ ਮੁਕਾਬਲੇ ਤੇ ਕੰਨ ਦੀ ਪਾਇਆ ਹੈ, ਇਸ ਤਰ੍ਹਾਂ ਇੱਕ ਘਰ ਦੇ ਮੁਕਾਬਲੇ ਤੇ ਇੱਕ ਡਿਸ਼ ਦੀ ਪਾਇਆ ਹੁੰਦੀ। ਕਿਸੇ ਦੀਵਾਰ ਨਾਲ ਡਰਿਲ ਨਾਲ ਸੁਰਾਖ ਮਾਰ ਕੇ ਇਉਂ ਲਟਕਾਈ ਹੁੰਦੀ ਹੈ ਵਿਚਾਰੀ, ਬਿਲਕੁਲ ਇੰਜ ਜਿਵੇਂ ਕੰਨ ਲੱਗਾ ਹੁੰਦਾ। ਹੁਣ ਡਿਸ਼ ਲੱਗ ਗਈ ਏ, ਅੰਦਰ LED ਨਹੀਂ ਆਈ, LCD ਨਹੀਂ ਆਈ, ਟੈਲੀਵਿਜ਼ਨ ਨਹੀਂ ਆਇਆ, ਕੀ ਕਰੇਗੀ ਡਿਸ਼? ਕੀ ਉਹ ਡਿਸ਼ ਤੁਹਾਡਾ ਮਨੋਰੰਜਨ ਕਰ ਸਕਦੀ ਹੈ? ਤੁਸੀਂ ਕੋਈ ਚੈਨਲ ਕੋਈ ਉਹਦੇ ਤੇ ਦੇਖ ਸਕਦੇ ਹੋ? ਕੱਲੀ ਡਿਸ਼ ਕੁਝ ਦਿਖਾ ਸਕਦੀ ਹੈ? ਉੱਤਰ ਕੀ ਹੈ?
ਨਹੀਂ ਦਿਖਾ ਸਕਦੀ। ਹੁਣ ਇੱਕ ਹੋਰ ਕੈਟਾਗਰੀ ਹੈ, ਉਹਨੇ LED ਬਿਲਕੁਲ ਲੇਟੈਸਟ ਲਿਆ ਕੇ ਰੱਖ ਲਈ ਹੈ, ਨਾ ਕੇਬਲ ਦਾ ਕਨੈਕਸ਼ਨ ਤੇ ਨਾ ਡਿਸ਼। ਕੀ ਉਹਦੇ ਵਿੱਚ ਕੋਈ ਮੂਰਤ, ਕੋਈ ਆਵਾਜ਼, ਕੋਈ ਵਾਇਸ ਆਵੇਗੀ? ਉੱਤਰ ਕੀ ਹੈ? ਨਹੀਂ ਆਵੇਗਾ। ਇਹਦਾ ਮਤਲਬ ਬਈ ਡਿਸ਼ ਨੇ ਆਪਣਾ ਕੰਮ ਕਰਨਾ ਹੈ, ਟੈਲੀਵਿਜ਼ਨ LCD ਜਾਂ LED ਨੇ ਆਪਣਾ ਕੰਮ ਕਰਨਾ ਹੈ। ਗੁਰਮੁਖੋ, ਕੰਨ ਨੇ ਆਪਣਾ ਕੰਮ ਕਰਨਾ ਹੈ ਤੇ ਮਨ ਨੇ ਆਪਣਾ ਕੰਮ ਕਰਨਾ। ਇਹਨਾਂ ਦੋਵਾਂ ਦਾ ਸਮੇਲ ਬੜਾ ਲਾਜ਼ਮੀ ਹੈ। ਮਹਾਰਾਜ ਕਹਿੰਦੇ ਅਸੀਂ ਕੀ ਕਰਨੇ ਆ? ਐਬ ਤਨ ਗੁਰ ਕਾ ਕਹਿਆ ਮਨ ਵਸੈ। ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਣਾ ਹੈ। ਮਹਾਰਾਜ ਕਹਿੰਦੇ ਐਬ ਤਨ ਚੀਕੜੋ। ਇਹ ਜਿਹੜਾ ਤਨ ਹੈ ਨਾ, ਸਾਡਾ ਤਨ ਸਰੀਰ, ਇਹ ਐਬਾਂ ਨਾਲ ਅੰਦਰੋਂ ਭਰਿਆ ਪਿਆ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ। ਐਬ ਤਨ ਚੀਕੜੋ। ਔਰ ਇਹ ਮਨ ਮੇਂਢਕੋ। ਮੈਂਡੁਕ ਠੇਠ ਪੰਜਾਬੀ ਚ ਅਸੀਂ ਡੱਡੂ ਕਹਿੰਦੇ ਆ। ਔਰ ਮਨ ਜਿਹੜਾ ਹੈ ਉਹ ਇਸ ਤਨ ਵਿੱਚ ਡੱਡੂ ਬਣ ਕੇ ਬੈਠਾ ਹੈ, ਡੱਡੂ ਬਣ ਕੇ। ਜਿਸ ਤਰ੍ਹਾਂ ਚਿੱਕੜ ਦੇ ਵਿੱਚ ਕੌਲ ਦਾ ਫੁੱਲ ਖਿੜਦਾ ਹੈ, ਤੁਹਾਡੇ ਚੋਂ ਕਿਸੇ ਵੇਖਿਆ ਹੋਵੇ ਤੇ ਮੁਬਾਰਕ ਹੈ। ਮੈਨੂੰ ਜ਼ਿੰਦਗੀ ਸਿਰਫ ਇੱਕ ਵਾਰ ਕੌਲ ਫੁੱਲ ਵੇਖਣ ਦਾ ਅਵਸਰ ਮਿਲਿਆ। ਸ਼ਾਹਬਾਦ ਮਾਰਕੰਡੇ ਤੋਂ ਬਰਾੜੇ ਨੂੰ ਜਾਂਦੇ ਆ, ਰਾਹ 'ਚ ਇੱਕ ਪਾੜਲੂ ਪਿੰਡ ਆਉਂਦਾ ਤੇ ਉਹ ਪਾੜਲੂ ਪਿੰਡ ਨੂੰ ਜਿਹੜੀ ਸੜਕ ਪਾਟਦੀ, ਉੱਥੇ ਖਤਾਨਾਂ 'ਚ ਪਾਣੀ ਖਲੋਤਾ, ਚਿੱਕੜ ਸੀ, ਉੱਥੇ ਕੁਦਰਤੀ ਕੌਲ ਫੁੱਲ ਜਿਹੜੇ ਖਿੜੇ ਆ ਚਿੱਟੇ ਰੰਗ ਦੇ। ਤੋ ਮੈਨੂੰ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਵੀ ਗਿਆਨੀ ਜੀ ਕਦੀ ਕੌਲ ਫੁੱਲ ਵੇਖਿਆ? ਉਦਾਹਰਨਾਂ ਤੇ ਬੜੀਆਂ ਦਿੰਦੇ ਹੋ। ਮੈਂ ਕਿਹਾ ਜੀ ਮੈਂ ਤੇ ਨਹੀਂ ਕਦੀ ਵੇਖਿਆ। ਕਹਿਣ ਲੱਗੇ ਆਓ ਮੈਂ ਦਿਖਾਣਾ। ਉਹਨੇ ਮੈਨੂੰ ਸੱਚੀ ਮੁੱਚੀ ਕੌਲ ਫੁੱਲ ਦਿਖਾਇਆ। ਕੌਲ ਫੁੱਲ ਉਗਾਣਾ ਹੋਵੇ ਨਾ, ਜਿੰਨੀ ਮਰਜ਼ੀ ਜ਼ਮੀਨ ਵਾਹ ਲਓ, ਡਾਇਆ ਪਾ ਲਓ, ਰੂੜੀ ਪਾ ਲਓ, ਕੁਛ ਕਰ ਲਓ, ਨਹੀਂ ਉੱਗੇਗਾ। ਜਦੋਂ ਉੱਗੇਗਾ ਚਿੱਕੜ 'ਚ ਹੀ ਉੱਗੇਗਾ, ਉਂਝ ਨਹੀਂ ਉੱਗਦਾ। ਹੁਣ ਮਹਾਰਾਜ ਕਹਿੰਦੇ ਨੇ ਵੀ ਐਬ ਤਨ ਚਿੱਕੜੋ ਗੁਰ ਕਾ ਕਹਿਆ ਮਨ ਵਸੈ। ਇਹਨੂੰ ਮੈਂ ਐਕਸਪਲੇਨ ਕਰ ਰਿਹਾ। ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਲੈ। ਮਹਾਰਾਜ ਕਹਿੰਦੇ ਨੇ ਅਸੀਂ ਕੀ ਕਰਨੇ ਆ? ਐਬ ਤਨ ਚਿੱਕੜੋ, ਇਹ ਮਨ ਮੀਂਡਕੋ। ਮਨ ਵਿੱਚ ਡੱਡੂ ਬਣ ਕੇ ਬੈਠਾ ਹੈ ਔਰ ਅੰਦਰ ਕੌਲ ਫੁੱਲ ਵੀ ਖਿੜਿਆ ਹੁੰਦਾ ਚਿੱਕੜ ਦੇ ਵਿੱਚ। ਕਮਲ ਕੀ ਸਾਰ ਨਹੀਂ ਮੂਲ ਪਾਈ। ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੇ। ਹੁਣ ਉਸੇ ਕੌਲ ਫੁੱਲ ਤੇ ਭੌਰਾ ਵੀ ਆਉਂਦਾ, ਉਹਦੇ ਕੋਲ ਨੈਚੁਰਲ ਕੈਂਪਾਸ ਹੈ। ਉਹ ਪਤਾ ਨਹੀਂ 10 ਮਾਈਲ ਤੋਂ ਆਇਆ ਹੈ, 20 ਮਾਈਲ ਤੋਂ ਆਇਆ ਹੈ, ਜਾਂ ਉਦੋਂ ਵੀ ਦਰੇਡਾ ਆਇਆ ਹੈ। ਉਹ ਆ ਕੇ ਉਹਦੇ ਦੁਆਲੇ ਪਰਿਕਰਮਾ ਕਰਦਾ ਹੈ, ਗੁੰਜ਼ਾਰ ਪਾਉਂਦਾ, ਰੱਜ ਕੇ ਸੁਗੰਧੀ ਦਾ ਆਨੰਦ ਲੈਂਦਾ। ਕਈ ਵਾਰ ਆਪਾ ਵੀ ਵਾਰ ਦਿੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਇੱਕ ਸਰੋਵਰ ਦੇ ਕੰਢੇ ਤੇ ਖਲੋਤੇ, ਹੇਠਾਂ ਚਿੱਕੜ ਏ, ਉੱਪਰ ਕੌਲ ਫੁੱਲ ਖਿੜਿਆ ਹੈ, ਡੱਡੂ ਹੇਠੋਂ ਜਾਲਾ ਖਾ ਰਿਹਾ, ਭੌਰਾ ਦੂਰੋਂ ਆਇਆ ਗੁੰਜ਼ਾਰ ਪਾ ਕੇ ਸੁਗੰਧੀ ਲਈ। ਕਹਿਣ ਲੱਗੇ ਡੱਡੂ ਇਹ ਭੌਰਾ ਤੇ ਦੂਰੋਂ ਆ ਕੇ ਆਨੰਦ ਲੈ ਰਿਹਾ ਹੈ ਤੇ ਤੂੰ ਤੇ ਇਸ ਕੌਲ ਫੁੱਲ ਦੀਆਂ ਜੜ੍ਹਾਂ 'ਚ ਬੈਠਾ, ਤੂੰ ਕਦੀ ਸੁਗੰਧੀ ਦਾ ਆਨੰਦ ਹੀ ਕੋਈ ਨਹੀਂ ਲਿਆ। ਇਹ ਮਨ, ਤੂੰ ਉਸ ਸਰੋਵਰ ਵਿੱਚ ਡੱਡੂ ਬਣ ਕੇ ਬੈਠਾ ਜਿਹਦੇ ਵਿੱਚ ਕੌਲ ਫੁੱਲ ਵੀ ਖਿੜਿਆ, ਪਰ ਤੈਨੂੰ ਕੌਲ ਫੁੱਲ ਦੀ, ਨਾਮ ਰੂਪੀ ਕੌਲ ਫੁੱਲ ਦੀ ਸਾਰੀ ਕੋਈ ਨਹੀਂ। ਭੌਰ ਉਸਤਾਦ, ਜਿਵੇਂ ਭੌਰਾ ਗੁੰਜ਼ਾਰ ਪਾ ਕੇ ਡੱਡੂ ਨੂੰ ਅਵੇਅਰ ਕਰਦਾ ਹੈ, ਇਸ ਤਰ੍ਹਾਂ ਗੁਰੂ ਭੌਰਾ ਨਾਮ ਜਪ ਜਪ ਕੇ ਤੈਨੂੰ ਅਵੇਅਰ ਕਰਦਾ ਵੀ ਮੈਂ ਤੇ ਆਨੰਦ ਲੈ ਰਿਹਾ, ਤੂੰ ਕਿਉਂ ਨਹੀਂ ਲੈਂਦਾ? ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਭੌਰ ਉਸਤਾਦ ਨਿਤ ਭਾਖਿਆ ਬੋਲੇ। ਗੁਰੂ ਰੋਜ਼ ਉਪਦੇਸ਼ ਦਿੰਦਾ ਹੈ ਮਨਾ, ਪਰ ਕੈਸੇ ਬੂਝੇ ਜਾਂ ਨਹੀਂ ਬੁਝਾਈ। ਇਹਦੇ ਵਾਸਤੇ ਉਪਦੇਸ਼ ਪਤਾ ਕੀ ਹੈ? ਆਖਣ ਸੁਣਨਾ ਪਾਉਣ ਕੀ ਬਾਣੀ। ਜੋ ਗੁਰੂ ਕਹਿੰਦਾ ਹੈ ਨਾ, ਇਹਦੇ ਵਾਸਤੇ ਹਵਾ ਹੈ। ਇੱਕ ਕੰਨ ਥਾਣੀ ਹਵਾ ਵੜੀ, ਦੂਜੇ ਕੰਨ ਥਾਣੀ ਬਾਹਰ ਨਿਕਲ ਗਈ, ਅੰਦਰ ਨਹੀਂ ਟਿਕਣ ਦਿੰਦਾ। ਆਖਣ ਸੁਣਨਾ ਪਾਉਣ ਕੀ ਬਾਣੀ। ਇਹ ਮਨ ਰੱਤਾ ਮਾਇਆ, ਮਨ ਮਾਇਆ ਵਿੱਚ ਹੀ ਰੱਤਾ ਹੈ। ਜਿਸ ਤਰ੍ਹਾਂ ਡੱਡੂ ਚਿੱਕੜ ਵਿੱਚ ਖੁਸ਼ ਹੈ ਨਾ, ਇਸੇ ਤਰ੍ਹਾਂ ਮਨ ਜਿਹੜਾ ਹੈ ਉਹ ਗੁਰੂ ਦੇ ਉਪਦੇਸ਼ ਨੂੰ ਨਹੀਂ, ਬਲਕਿ ਉਹਦਾ ਧਿਆਨ ਜਿਹੜਾ ਉਹ ਪਦਾਰਥਾਂ ਵੱਲ। ਆਖਣ ਸੁਣਨਾ ਪਾਉਣ ਕੀ ਬਾਣੀ। ਇਹ ਮਨ ਰੱਤਾ ਮਾਇਆ। ਕਹਿਣ ਲੱਗੇ ਖਸਮ ਕੀ ਨਦਰ, ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ, ਔਰ ਦਿਲੇ ਪਸੰਦੇ, ਦਿਲ ਵਿੱਚ ਉਹਨੂੰ ਪਸੰਦ ਕੌਣ ਆਉਂਦੇ ਨੇ, ਉਹਦੀ ਨਿਗਾਹ 'ਚ ਕੌਣ ਪ੍ਰਵਾਨ ਚੜ੍ਹਦੇ ਨੇ? ਜਿਨੀ ਕਰ ਇੱਕ ਤੇ ਆਇਆ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨਾਲ ਸੁਰਤ ਜੋੜੀ। ਹੁਣ ਮਨ ਦੀ ਅਵਸਥਾ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਮਨ ਨਹੀਂ ਅੱਕਦਾ। ਵਾਹਿਗੁਰੂ ਨੇ ਦੁਕਾਨ ਦਿੱਤੀ ਹੈ, ਕੋਈ ਵੱਡਾ ਈਜ਼ੀ ਡੇ ਬਣਾ ਲਿਆ, ਕੋਈ ਮਾਲ ਬਣਾ ਲਿਆ, ਉੱਥੇ ਹਜ਼ਾਰਾਂ ਗਾਹਕ ਆ ਰਹੇ ਨੇ। 9 ਵਜੇ ਰੂਟੀਨ 'ਚ ਦੁਕਾਨ ਬੰਦ ਕਰਨੇ ਆ, ਪਰ ਅਚਾਨਕ 5 7 10 ਗ੍ਰਾਹਕ ਆ ਗਏ। ਉਹ ਸਮਾਨ ਖਰੀਦ ਕੇ ਟਰਾਲੀ 'ਚ ਰੱਖ ਰਹੇ ਨੇ,
ਕਾਊਂਟਰ ਤੇ ਆ ਰਹੇ ਨੇ, ਉਂਗਲਾਂ ਚੱਲ ਰਹੀਆਂ ਨੇ ਕੈਲਕੂਲੇਸ਼ਨ ਦੇ ਉੱਤੇ, ਹਿਸਾਬ ਕਿਤਾਬ ਹੋ ਰਿਹਾ, ਘਰੋਂ ਫੋਨ ਆ ਰਿਹਾ, ਸਰਦਾਰ ਜੀ ਆਏ ਨਹੀਂ, 10 ਵੱਜ ਗਏ ਨੇ, ਪ੍ਰਸ਼ਾਦਾ ਵੀ ਛਕਣਾ ਹੈ। ਉਹ ਕਹਿੰਦੇ ਵੀ ਗਾਹਕ ਆ ਗਏ ਸਨ ਤੇ ਇਸ ਕਰਕੇ ਕੋਈ ਨਹੀਂ, ਠਹਿਰ ਕੇ ਆਉਂਦੇ ਆ। ਹੁਣ ਮਨ ਲੱਗਾ ਆ, ਦੁਕਾਨ 9 ਵਜੇ ਬੰਦ ਕਰਨੀ ਸੀ, ਵੱਜ ਗਏ ਨੇ 10:30, ਮਨ ਲੱਗਾ ਆ, ਇਕਾਗਰਤਾ ਨਾਲ ਉੱਥੇ ਕੰਮ ਕਰ ਰਿਹਾ। ਪੰਕਚੁਅਲਿਟੀ ਜ਼ਰੂਰੀ ਹੈ, ਪਰ ਕਥਾ ਵਿੱਚ 10 ਮਿੰਟ ਜ਼ਿਆਦਾ ਹੋ ਜਾਣ ਤੇ ਬਵਾਲ ਖੜਾ ਹੋ ਜਾਂਦਾ ਹੈ। ਮਨ ਤੇ ਘੜੀ ਵੱਲ ਵੇਂਦਾ ਰਹਿੰਦਾ ਵੀ ਕਦੋਂ ਸੂਈ ਤੇ ਸੂਈ ਚੜੇ, ਭਾਈ ਕਦੋਂ ਖਹਿੜਾ ਛੱਡੇ ਤੇ ਜਾਈਏ। ਇਹ ਮਨ ਦੀ ਅਵਸਥਾ ਹੈ, ਤੁਹਾਡਾ ਨਹੀਂ ਕਸੂਰ। जैसे मन लागत है लेखक को लेखे बिखे, हर जस लिखत ना तैसो ठहरा। भी भाई साहब भाई गुरदास जी, हरी जस लिखना हो ना तो भाई जी आ शब्द मैनू लिख दिया जे, भाई जी इस तरह का एक आर्टिकल लिख दिओ, तो वो चेता ही कोई नहीं रहिंदा। अगले दिन पुछदे ते कहंदे नहीं जी मेरे ते ध्यान चों निकल गया, क्योंकि वेयर देयर इज ए विल देयर इज ए वे, जहां चाह वहां रहा। जैसे मन लागत है लेखक को लेखै बिखै, हर जस लिखत ना तैसो ठहरावी। जैसे मन कनक औ कामनी स्नेह बिखै, पराए तन ते पराए धन नूं अपना बनाने वास्ते जिन्ना मन एकागर होकर तवज्जो दिंदा है। कहंदे ने शब्द सुरत अवगाहन ना भावे, इन्नी सुरत शब्द विच नहीं जुड़दी जिन्ने पराए रूप दे उत्ते जुड़दी है ते पराए धन दे उत्ते जुड़दी है। मन दी अवस्था है, मन की एक कमजोरी है। जैसे मन बनक बिहार के बिथार बिख है, अपना बन जो होवे ते बंदे दा दिमाग ज्यादा काम करता है। मैं अक्सर बेनती करना हुन्ना बई 4 सैल फोन पे ने और 4 लैंडलाइन फोन टेबल ते पे ने, बड़ा लंबा चौड़ा बिजनेस है पूरे वर्ल्ड दे विच। 2 फोन इकट्ठे वज पे, दोवें चुक के कान नूं ला ले, एक नूं कहण लगा 1 मिनट होल्ड करिया जी, दूजे नाल गल कर ली, वो रख के पहले नाल गल कर ली, इन्ने चिर नूं 2 सैल फोन। ये नहीं कहंदा मैं अक गया वां यार, मैं 10-10 फोन इको रां किवें सुना, क्योंकि माया आ रही है ना, दिल आंदी, उत्थे नहीं अकदा, उत्थे तंगी नहीं मनदा, तदी नहीं मनदा। पर उंज धर्म वाले पासे होवे ते मैं ठेका लिया जी, इन्ना मैं भी आ बंदा वां, इको वारी मैं इन्ना काम किवें कर सकना, उत्थे कर सकदा, इत्थे नहीं कर सकदा। करिए गुर विचार